ਧੰਨ ਵਾਹਿਗੁਰੂ ਸਾਹਿਬ ਜੀਓ। गौड़ी कबीर जी। जब हम एको एक कर जानिया तब लोगा काहे दुख मानिया। हम अपते अपनी पत खोई हमरे खोज परो मत कोई। हम अपतै अपनी पत खोई हमरे खोज परो मत कोई। रहाओ हम मंदे मंदे मन माही सांझ पात काहू स्यों नाही। पत अपत तां की नहीं लाज तब जानोगे जब उगरे गोपाज। कहो कबीर पत हर परवान सर्ब त्याग पज के बलराम। कहो कबीर पत हर परवान सर्व त्याग पज के बलराम। परम सन्मान योग जुगो जुग अटल चबर तखत दे मालक साहिब सतगुरु धन धन गुरु ग्रंथ साहिब जी महाराज तिन्हां दी हजूरी अंदर जुड़मिल बैठे अत सत्कारयोग सन्मानयोग सत संगी जनो। आओ गुरु प्यार वालिओ लड़ीवार विचार दे नाल जुड़िए। लड़ीवार विचार चल रही है जी गौड़ी कबीर जी। बाबा कबीर जी की बाणी आपां रोजाना विचारते हाँ। गुरु ग्रंथ साहिब का अंक है जी 324। आओ विचारां की आरंभता करन तो पहला सारी संगत गुरु ग्रंथ साहिब नूं झुकाओ सीस। आखो वाहिगुरू जी का खालसा वाहिगुरू जी की फतेह। सतगुरु बाबा कबीर जी कह रहे ने जी। बाबा कबीर जी कह रहे ने रहाओ वाले बंद अंदर हम अपतै अपनी पत खोई हमरे खोज परो मत कोई। अपत्ते अर्थ होंदा जी बेपत निर्लज जिसकी कोई इज्जत ना रह जाए। सतगुरु महाराज बाबा कबीर जी कह रहे ने मैं निसंग हो गया ते मैनू ये परवाह नहीं कि कोई मनुख मेरी इज्जत करे भावें ना करे। तुहानू लोकां नू जगत विच मान वडियाई दा ख्याल है। कई हुंदे ने जी लोग भी जगत अंदर संसार अंदर मेरी शोभा होवे मेरा मान होवे मेरी वडियाई होवे। ठीक है जिहड़ा बंदा चंगे काम करदा है चंगे काम करन वाले दी शोभा वडियाई होनी चाहिए है। एक बंदा अंदरों कुछ हो रहा ते बाहरों कुछ हो रहा वो भी कहंदा मेरी शोभा हो जावे मेरी वडियाई हो जावे। बाबा कबीर जी कहंदे इस वास्ते जिस राह ते मैं पिया हाँ उस राह राहे मेरे पिछे ना तरो। बाबे कबीर जी का जिहड़ा राह सी जी वो वखरा सी। भगत जनां दा रब दे प्यारियां दा राह वखरा हुंदा है। आपां आनंद साहब की बाणी विच पढ़दे हां चाल निराली भगतां केरी बिखम मार्ग चलना लभ लोभ अंकार दा दिशना बहुत नाही बोलना। उन्हां दी जिंदगी अंदरों विकार खत्म हो जाते हैं ना लभ रह जाता है। किहड़े पंजे दूत ने पंज विकार ने खत्म हो गए क्योंकि भगतां दा रब दे प्यारियां दा राह वखरा हुंदा। भगत प्यारियां दी टेक भगतां दा विश्वास एक रब ते हुंदा जी। बाबे कबीर जी ने बहुत प्यारे वचन आखे। तुसी बाबा कबीर साहब जी के सलोक पढ़ के वेख लो जी।
ਗੁਰਬਾਣੀ ਨੇ ਪੱਥਰ ਪੂਜਾ ਦੀ, ਮੂਰਤੀ ਪੂਜਾ ਦੀ ਨਿਖੇਧੀ ਕੀਤੀ ਹੈ, ਵਿਰੋਧਤਾ ਕੀਤੀ ਹੈ ਸਾਡੇ ਮਹਾਂਪੁਰਖਾਂ ਨੇ। ਕਿਉਂਕਿ ਇਸ ਕਰਕੇ ਕਹਿੰਦੇ ਆ ਸਿੱਖ ਖਾਲਸਾ ਨਿਆਰਾ ਹੈ। ਖਾਲਸੇ ਦਾ ਵਿਸ਼ਵਾਸ ਸ਼ਬਦ ਤੇ ਹੈ, ਖਾਲਸੇ ਦਾ ਵਿਸ਼ਵਾਸ ਬਾਣੀ ਤੇ ਹੈ। ਅਸੀਂ ਕਿਸੇ ਚੀਜ਼ ਨੂੰ ਮੰਨਣ ਵਾਲੇ ਨਹੀਂ। ਇਹਨੂੰ ਕਈ ਵਾਰ ਨਾ ਕੱਟੜਤਾ ਨਾ ਕਿਹਾ ਜਾਂਦਾ ਵੀ ਇਹ ਲੋਕ ਕੱਟੜ ਨੇ ਜੀ, ਇਹ ਕਿਸੇ ਸਿਰ ਨਹੀਂ ਝੁਕਾਉਂਦੇ, ਕਿਸੇ ਨੂੰ ਮੰਨਦੇ ਨਹੀਂ। ਕਿਉਂਕਿ ਸਾਡੇ ਵੱਡੇ ਪੁਰਖਿਆਂ ਨੇ ਇੱਕ ਰੱਬ ਨੂੰ ਮੰਨਣ ਬਾਰੇ ਕਿਹਾ, ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ ਏਕੋ ਹੈ। ਇਸ ਕਰਕੇ ਬਾਬਾ ਕਬੀਰ ਜੀ ਦੀ ਬਹੁਤ ਵਿਰੋਧਤਾ ਹੋਈ। ਇਸ ਸਮੇਂ ਦੇ ਵਿਪਰਵਾਦੀ ਲੋਕਾਂ ਨੇ, ਪੁਜਾਰੀ ਲੋਕਾਂ ਨੇ ਬਾਬੇ ਕਬੀਰ ਨਾਲ ਬਹੁਤ ਐਸਾ ਸਲੂਕ ਕੀਤਾ ਜਿਹੜਾ ਦੱਸਿਆ ਨਹੀਂ ਜਾ ਸਕਦਾ। ਕਬੀਰ ਸਾਹਿਬ ਦੇ ਸਲੋਕਾਂ ਵਿੱਚ ਇਹ ਗੱਲਾਂ ਝਲਕਦੀਆਂ ਨੇ ਜੀ। ਜਦੋਂ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮੇਰੀ ਜ਼ਾਤ ਕਉ ਸਭ ਕੋ ਹੱਸਣੈ ਹਾਰ। ਕਬੀਰ ਸਾਹਿਬ ਜੀ ਕਹਿੰਦੇ ਲੋਕ ਟਿਚਰਾਂ ਵੀ ਕਰਦੇ ਸੀ, ਲੋਕ ਮਖੌਲ ਕਰਦੇ ਸੀ, ਇਹ ਜੁਲਾਹਿਆਂ ਦੇ ਘਰ ਪੈਦਾ ਹੋ ਕੇ ਏਡੀਆਂ ਏਡੀਆਂ ਗੱਲਾਂ ਕਰਦਾ। ਲੋਕ ਜਾਤ ਵੇਖ ਕੇ ਹੱਸਦੇ ਸੀ। ਈਵਨ ਗੁਰਬਾਣੀ ਨੇ ਕਿਸੇ ਪ੍ਰਕਾਰ ਦੀ ਕੋਈ ਜਾਤ ਮੰਨੀ ਨਹੀਂ ਜੀ। ਗੁਰਬਾਣੀ ਨੇ ਸਭ ਨੂੰ ਇੱਕੋ ਨਜ਼ਰ ਨਾਲ ਤੱਕਿਆ, ਇੱਕੋ ਨਜ਼ਰ ਨਾਲ ਵੇਖਿਆ। ਕੁਦਰਤ ਕੇ ਬੰਦੇ ਕਿਹਾ ਮਹਾਰਾਜ ਨੇ, ਇਹ ਤਾਂ ਮਨੂੰ ਦੀਆਂ ਬਣਾਈਆਂ ਵੱਟਾਂ ਨੇ। ਕਿਸੇ ਨੂੰ ਕਿਹੜੇ ਖਿੱਤੇ ਵਿੱਚ, ਠੀਕ ਆ, ਬੰਦਾ ਆਪੋ ਆਪਣਾ ਕੰਮ ਕਰਦਾ, ਕੋਈ ਬੰਦਾ ਕੋਈ ਕੰਮ ਕਰਦਾ, ਕੋਈ ਬੰਦਾ ਕੋਈ ਕੰਮ ਕਰਦਾ, ਕਿੱਤੇ ਦੇ ਆਧਾਰ 'ਤੇ ਕਈ ਵਾਰ ਸ਼ਬਦ ਵਰਤ ਲਏ ਜਾਂਦੇ ਨੇ। ਪਰ ਬਾਬੇ ਕਬੀਰ ਨੇ ਸਮੇਂ ਦੇ ਵਿਪਰ ਨਾਲ ਬਹੁਤ ਜੂਝੇ ਨੇ। ਬਾਬਾ ਕਬੀਰ ਜੀ ਬਨਾਰਸ ਦੇ ਗੜ੍ਹ ਵਿੱਚ ਪੈਦਾ ਹੋ ਕੇ ਉਹਨਾਂ ਨੇ ਐਡੀ ਕ੍ਰਾਂਤੀਕਾਰੀ ਵਿਚਾਰ ਦਿੱਤੀ ਹੈ, ਵਿਪਰ ਦਾ ਪਾਜ ਉਘੇੜ ਕੇ ਰੱਖ ਦਿੱਤਾ। ਵਿਪਰ ਦੀਆਂ ਜਿਹੜੀਆਂ ਚਾਲਾਂ ਸੀ ਉਧੇੜ ਕੇ ਰੱਖ ਦਿੱਤੀਆਂ। ਦੁਨੀਆ ਦੇ ਸਾਹਮਣੇ, ਸੰਸਾਰ ਸਾਹਮਣੇ ਅਸਲੀਅਤ ਆ ਜਿਹੜੀ ਨਾ, ਸੱਚ ਆ ਜਿਹੜਾ ਬਾਬਾ ਕਬੀਰ ਜੀ ਨੇ ਪੇਸ਼ ਕੀਤਾ। ਅਸਲ ਗੱਲ ਇਹ ਹੈ, ਤੁਸੀਂ ਮੈਨੂੰ ਬੇਪੱਤਾ ਕਹਿੰਦੇ ਹੋ, ਤੁਸੀਂ ਮੈਨੂੰ ਕਹਿੰਦੇ ਹੋ ਵੀ ਤੁਹਾਡੀ ਕਿਸੇ ਨੇ ਇੱਜ਼ਤ ਨਹੀਂ ਕਰਨੀ, ਤੁਹਾਨੂੰ ਕਿਸੇ ਨੇ ਮਾਣ ਨਹੀਂ ਦੇਣਾ, ਤੁਹਾਨੂੰ ਕਿਸੇ ਨੇ ਆਦਰ ਨਹੀਂ ਦੇਣਾ। ਮਹਾਰਾਜ ਕਹਿੰਦੇ ਮੈਨੂੰ ਇਹ ਆਦਰ ਦੀ ਲੋੜ ਹੀ ਨਹੀਂ ਹੈ। ਬਾਬਾ ਕਬੀਰ ਜੀ ਕਹਿੰਦੇ ਝੂਠੇ ਦਿਖਾਵਿਆਂ ਦੀ, ਝੂਠੇ ਆਦਰ ਦੀ ਮੈਨੂੰ ਲੋੜ ਨਹੀਂ ਹੈ। ਇੱਕ ਹੁੰਦਾ ਸੱਚਮੁੱਚ ਬੰਦਾ ਆਦਰ ਕਰਦਾ ਹੈ, ਮਾਣ ਕਰਦਾ ਹੈ, ਸਤਿਕਾਰ ਕਰਦਾ ਹੈ ਦਿਲੋਂ। ਇੱਕ ਹੁੰਦਾ ਬੰਦਾ ਬਾਹਰੋਂ ਬਾਹਰੋਂ ਸਤਿਕਾਰ ਕਰਦਾ, ਅੰਦਰੋਂ ਕੁਝ ਹੋਰ ਹੁੰਦਾ ਹੈ। ਮਹਾਰਾਜ ਕਹਿੰਦੇ ਇਹੋ ਜਿਹੇ ਬੰਦਿਆਂ ਦੀ ਲੋੜ ਨਹੀਂ ਹੈ, ਕਿਉਂਕਿ ਅੰਦਰੋਂ ਝੂਠੇ ਪੈਜ, ਬਾਹਰ ਦੁਨੀਆ ਅੰਦਰ ਫੈਲ, ਇਹੋ ਜਿਹੇ ਦਿਖਾਵੇ ਦੀ ਲੋੜ ਨਹੀਂ ਹੈ। ਇੱਥੇ ਪਾਤਸ਼ਾਹ ਜੀ ਕਹਿੰਦੇ ਹਮ ਅਪੱਤੇ ਆਪਣੀ ਪਤ ਖੋਈ। ਤੁਸੀਂ ਕਹਿੰਦੇ ਹੋ ਕਬੀਰ ਜੀ ਨੇ ਆਪਣੀ ਇੱਜ਼ਤ ਖੋ ਲਈ ਹੈ। ਜੇ ਮੈਂ ਇੱਕ ਰੱਬ ਨੂੰ ਮੰਨਦਾ, ਇੱਕ ਰੱਬ ਤੇ ਟੇਕ ਰੱਖਦਾ, ਵਿਸ਼ਵਾਸ ਰੱਖਦਾ, ਮੈਂ ਨਹੀਂ ਕਿਸੇ ਨੂੰ ਮੰਨਦਾ। ਬਾਬਾ ਕਬੀਰ ਜੀ ਕਹਿੰਦੇ ਭਾਵੇਂ ਮੈਨੂੰ ਬੇਪੱਤਾ ਕਹਿ ਲਓ, ਭਾਵੇਂ ਤੁਸੀਂ ਮੈਨੂੰ ਕੁਝ ਮਰਜ਼ੀ ਕਹੀ ਜਾਓ, ਤੁਸੀਂ ਕਹਿੰਦੇ ਹੋ ਨਾ ਵੀ ਆਪਣੀ ਪੱਤ ਖੋ ਲਈ ਹੈ, ਮੈਨੂੰ ਇਹ ਵੀ ਪ੍ਰਵਾਨ ਹੈ। ਮਹਾਰਾਜ ਕਹਿੰਦੇ ਹਮਰੈ ਖੋਜ ਪਰੋ ਮਤ ਕੋਈ। ਦੁਨੀਆ ਦੇ ਲੋਕੋ, ਮੈਨੂੰ ਮਾੜਾ ਕਹਿਣ ਵਾਲਿਓ, ਮੈਨੂੰ ਮੰਦਾ ਕਹਿਣ ਵਾਲਿਓ, ਮੇਰੇ ਨਾਲ ਤਸ਼ੱਦਦ ਕਰਨ ਵਾਲਿਓ, ਤੁਸੀਂ ਮੇਰੇ ਵਾਲੇ ਰਾਹ 'ਤੇ ਜੇ ਨਹੀਂ ਚੱਲਣਾ ਨਾ ਚੱਲੋ, ਤੁਹਾਡੀ ਮਰਜ਼ੀ ਹੈ। ਤੁਹਾਨੂੰ ਮੈਂ ਕੋਈ ਧੱਕੇ ਨਾਲ, ਜ਼ੋਰ ਨਾਲ ਥੋੜ੍ਹਾ ਕਹਿ ਰਿਹਾ ਵੀ ਆਹ ਕੰਮ ਕਰੋ। ਬਾਬਾ ਕਬੀਰ ਜੀ ਕਹਿੰਦੇ ਹੁਣ ਅੱਗੇ ਪਹਿਲਾ ਜਿਹੜਾ ਬੰਦ ਹੈ ਜੀ, ਬੜਾ ਕਮਾਲ ਦਾ ਸ਼ਬਦ ਹੈ ਜੀ ਸਾਰਾ ਹੀ ਇਹ। ਪਹਿਲੇ ਬੰਦ ਅੰਦਰ ਬਾਬਾ ਕਬੀਰ ਜੀ ਕਹਿ ਰਹੇ ਨੇ, ਜਬ ਹਮ ਏਕੋ ਏਕ ਕਰ ਜਾਣਿਆ, ਤਬ ਲੋਗੈ ਕਾਹੇ ਦੁੱਖ ਮਾਨਿਆ। ਇਹਦੀ ਵਿਆਖਿਆ ਬਹੁਤ ਪਿਆਰੀ ਹੈ ਜੀ। ਜਬ ਹਮ, ਜਦੋਂ ਅਸੀਂ ਨੇ, ਅਰਥ ਕੀ ਬਣ ਗਏ? ਜਬ ਹਮ, ਜਦੋਂ ਅਸੀਂ ਨੇ ਏਕੋ ਏਕ ਕਰ ਜਾਣਿਆ, ਜਦੋਂ ਇੱਕ ਪਰਮਾਤਮਾ ਨੂੰ ਇੱਕ ਕਰਕੇ ਜਾਣਿਆ। ਜਦੋਂ ਅਸਾਂ ਭਾਵ ਮੈਂ ਸਮਝਿਆ, ਸਾਡੇ ਤੇ ਬਾਣੀ ਲੱਗਦੀ ਹੈ ਨਾ, ਇਹ ਸਮਝ ਲਿਆ ਕਿ ਸਭ ਥਾਈਂ ਇੱਕ ਪਰਮਾਤਮਾ ਵਿਆਪਕ ਹੈ, ਸਾਰਿਆਂ ਦੇ ਵਿੱਚ ਇੱਕ ਪਰਮਾਤਮਾ ਵਸਿਆ ਹੋਇਆ ਹੈ। ਮਹਿਲਾਂ ਵਾਲੇ ਵਿੱਚ ਵੀ ਆਓ, ਝੁੱਗੀਆਂ ਝੋਪੜੀਆਂ ਵਾਲੇ ਵਿੱਚ ਵੀ ਵਸਿਆ ਹੋਇਆ ਹੈ। ਰੱਬ ਦਾ ਵਿਤਕਰਾ ਥੋੜ੍ਹਾ ਕਿਸੇ ਨਾਲ। ਪਤਾ ਨਹੀਂ ਲੋਕਾਂ ਨੂੰ ਇਹ ਗੱਲ ਕਿਉਂ ਬੁਰਾ ਮਨਾ ਰਹੇ ਨੇ। ਬਾਬਾ ਕਬੀਰ ਜੀ ਕਹਿੰਦੇ ਪਤਾ ਨਹੀਂ ਲੋਕ ਇਹ ਗੱਲ ਕਿਉਂ ਬੁਰਾ ਮਨਾਉਂਦੇ ਨੇ। ਹੁਣ ਆਪਾਂ ਰੋਜ਼ਾਨਾ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਮੈਂ ਸਿੰਪਲ ਸ਼ਬਦਾਂ ਵਿੱਚ ਆਖਾਂ, ਜੋ ਗੁਰਬਾਣੀ ਵਿੱਚ ਲਿਖਿਆ ਹੋਇਆ, ਮੈਂ ਅਕਸਰ ਇਹ ਵੀ ਬੇਨਤੀ ਕਰਦਾ ਵੀ ਤੁਹਾਡੇ ਮਨ ਦਾ ਕਿਸੇ ਦਾ ਵੀ ਕੋਈ ਸਵਾਲ ਹੋਵੇ ਨਾ, ਤੁਸੀਂ ਬੇਝਿਜਕ ਹੋ ਕੇ ਕੋਈ ਵੀ ਸਵਾਲ ਕਰ ਸਕਦੇ ਹੋ ਬਾਣੀ ਦੇ ਸੰਬੰਧ ਵਿੱਚ, ਇਤਿਹਾਸ ਦੇ ਸੰਬੰਧ ਵਿੱਚ। ਪਰ ਇੱਥੇ ਆਪਾਂ ਇੱਥੇ ਵਿਆਖਿਆ ਕਰਦੇ, ਅਸਲੀਅਤ ਹੈ ਜੀ, ਇਹ ਸੱਚ ਹੈ ਜੀ। ਇਹ
बाबा कबीर जी कहते जब हम एको एक कर जाने तब लोगैं काहे दुख माने। लोक मेरे तो दुखी ने, लोक कलपे पे ने, विपरवादी लोक, पुजारी लोक कलपे पे ने। बाबा कबीर तो एक रब की गल करदा है, बाबा कबीर तो मूर्ति का खंडन करदा है, बाबा कबीर तो पत्थर की पूजा की खंडन करदा है। एक शब्द आउंदा जी बाबा कबीर साहब का ही है। बाबे कबीर ने बहुत तिखे वचन कहे ने, इत्थों समझ लेना चाहिए है असी बखरा एक न्यारा हिस्सा, न्यारा पंथ है साडा, बखरा पंथ है, सानू पता नहीं किहदे विच रलाया जाता है। खालसा न्यारा है जी। एक शब्द ऐसा कहा बाबा कबीर जी कहते जिस दी तुसी पूजा करते हो, जिस दी तुसी आराधना करते हो, उन्होंने बनाया किहने है? भगवान नूं बनाने वाला कोई हो सकता जी? रब नूं बनाने वाला कोई हो सकता? नहीं हो सकता, क्योंकि रब तो सह भंग है। सह भंग का अर्थ की है? उसका प्रकाश अपने आप तो होया है। बाणी की व्याख्या बाणी चो लईए। हुण एक शब्द आउंदा है बाबा कबीर जी का। बाबा कबीर जी कहते पखान गढ़ कै मूरत कीनी, दे कै छाती पाऊं। इन्हां शब्दों की व्याख्या किते तुसीं पढ़ोगे ना जी, पत्थर नूं घड़ के मूर्ति बना दी। जदों पत्थर नूं घड़िया जा रहा सी, उस पत्थर की छाती ते पैर रखा गया। बाबे कबीर ने बहुत बड़ा तर्क किया। ये तर्क है जी। बाबा कबीर जी कहते जियो मूर्त साची है तो गड़नहारे खाओ। जे पत्थर की घड़ी मूर्त सचमुच सच्ची है ना, उहदे विच कोई करामात है। जिन्हें बनाया वो घड़न समय ਉਹਦੇ ਜਿਹੜੇ पैर से मूँह ते भी लगे होने, छाती ते बैठिया होना। हुण किड्डी तिखी व्याख्या, किड्डा वड्डा तर्क आ बाबे कबीर जी का। विपर किवें प्रवान कर लैणगे, पुजारी लोग किवें प्रवान कर लैणगे इस तर्क नूं? उन्होंने तो विरोध ही करना से कबीर साहब का। उन्होंने बट्टे मारे, उन्होंने किन्ना कुछ किया कबीर जी नाल, पर बाबा कबीर अपनी गल कहणों हटिया नहीं। भावें धक्का बहुत होया, पर अपनी गल मरदे दम तक बाबा कबीर कहंदा रहा, दुनिया के लोगों जागो जागो, ये निरा पखंड है, ये निरा भरम है। जे रब नूं वेखना, परमात्मा नूं वेखना, अपने अंदरों वेख। माँ विचों वेख लै, प्यो विचों वेख लै, परिवार विचों वेख लै। आ भरम दे विचों, पखंड विचों महाराज कहंदे निकल जा, इहदे विच कुछ नहीं है। इस करके बाबा कबीर जी कहंदे लोग मेरा विरोध करते हैं। हुण आपां तां बाणी की व्याख्या बाणी चों कर रहे हैं ना। कई बार विरोध पता किहदा कीता जांदा? सुणाउण वाले दा। भाई जी ने की सुणा दिता, की बोल दिता। आपां किहड़ा बाहरों गुरबाणी दे विचों, गुरु ग्रंथ साहिब दे विचों बोल रहे हैं। हुण मानो जे कोई गातरा पा के, किरपान पा के, अमृत छक के किसी मड़ी कबर ते जांदा, ये बहुत वड्डी मनमत है जी, अपराध आ बहुत वड्डा। गुरु गोबिंद सिंह महाराज ने रोकिया, बाणी ने रोकिया। फिर जे असीं नहीं रुकांगे, गुरु की निंदिया खुद असीं करा रहे हैं। क्योंकि बाणी है जिहड़ी, जिन्हों असीं नमस्कार करते हैं, वेखो किसी नाल धक्का थोड़ी किया जा रहा है। ये तो इत्थे विचार की जाती है। जे किसी नाल धक्का किया जा रहा है, जां किसी नाल धक्के नाल कहा जा रहा है, तां आखीए बाबा कबीर जी सतगुरु महाराज तो बड़े प्यार नाल कहंदे ने, भाई ये गल ठीक नहीं है, असलीयत नहीं है। महाराज कहंदे जब हम एको एक कर जाने तब लोग काहे दुख माने। हुण लोग कलपे पे ने, दुखी बहुत ने भी कबीर एक रब की गल करदा है। कबीर तो एक रब नूं मनदा, कबीर किसी पत्थर नूं नहीं मनदा। कबीर जी किसी तस्वीर की पूजा नूं नहीं मानता देंदे। इस करके कबीर दे लोग विरोधी हो गए। सच नूं सुनने वाले बहुत घट हुंदे ने जी। इत्थे दुनिया झूठ का व्यापार करदी है। सच दे व्यापारी विरले विरले ने। जिहड़े सच दे व्यापारी हुंदे ने ना, उन्हां नूं देगां विच उबालिया जांदा है, उन्हां नूं तवी ते बिठाया जांदा है, उन्हां दा बंद बंद कट्टिया जांदा है। तुसीं इतिहास पढ़ के वेख लो, दारू सिंह की उम्र 25 साल की सी। की उहदा कसूर सी? सच की हामी भरदे सी ना, बंद बंद कट्टिया गया, खोपरी ला दी गई भाई तारू सिंह की, मनी सिंह का बंद बंद कट्टिया गया। ये शहादत हुई कादी खातर हुई जी? क्योंकि वो सच बोलते। साहबजादियां नूं नीहां विचण दिता गया, शहीद किया गया। कादी खातर? क्योंकि सच ते अड़े रहे।
ਸੱਚ ਤੇ ਅੜਨ ਵਾਲੇ ਭਾਵੇਂ ਰਹਿੰਦੇ ਬਹੁਤ ਥੋੜਾ ਸਮਾਂ ਨੇ ਸਰੀਰ ਕਰਕੇ, ਪਰ ਰਹਿੰਦੀ ਦੁਨੀਆ ਤੱਕ ਨਾਂ ਉਹਨਾਂ ਦਾ ਜ਼ਰੂਰ ਰਹਿ ਜਾਂਦਾ ਹੈ। ਮੈਂ ਅਕਸਰ ਬੇਨਤੀ ਕਰਦਾ ਵੀ ਸੱਚ ਬੋਲਣ ਵਾਲੇ, ਸੱਚ ਤੇ ਪਹਿਰਾ ਦੇਣ ਵਾਲੇ ਉਹ ਬਹੁਤੀ ਉਮਰ ਨਹੀਂ ਭੋਗਦੇ, ਕਿਉਂਕਿ ਜੀ ਦੁਸ਼ਮਣ ਬਣ ਜਾਂਦਾ ਹੈ। ਹਰ ਇੱਕ ਦੁਸ਼ਮਣ ਬਣ ਜਾਂਦਾ ਹੈ। ਜੇ ਬਾਬੇ ਨਾਨਕ ਦੇ ਰਾਹ ਤੇ ਚੱਲਣਾ ਨਾ, ਗੁਰੂ ਗ੍ਰੰਥ ਸਾਹਿਬ ਵਾਲੇ ਰਾਹ ਤੇ ਚੱਲਣਾ, ਫਿਰ ਗੋਲ ਮੋਲ ਜਿਹੜੀਆਂ ਗੱਲਾਂ ਕਰਨੀਆਂ ਛੱਡਣੀਆਂ ਪੈਣਗੀਆਂ। ਗੁਰੂ ਕਈ ਵਾਰ ਨਾ ਗੋਲ ਜਿਹੀ ਗੱਲ ਕਰ ਦਿੱਤੀ ਜਾਂਦੀ ਹੈ ਵੀ ਕਿਤੇ ਆ ਵੀ ਨਾ ਗੁੱਸੇ ਹੋ ਜੇ, ਕਿਤੇ ਆ ਵੀ ਨਾ ਗੁੱਸੇ ਹੋ ਜੇ। ਸਾਡੇ ਬਾਬੇ ਦੀ ਇਹ ਵਿਚਾਰ ਨਹੀਂ। ਬਾਬਾ ਤਾਂ ਸਹੀ ਗੱਲ ਕਹਿੰਦਾ ਹੈ, ਅਸਲੀਅਤ ਗੱਲ ਕਹਿੰਦਾ। ਬਾਬੇ ਨੇ ਕਿਸੇ ਵੀ ਗੱਲ ਤੇ ਪੜਦਾ ਨਹੀਂ ਪਾਇਆ, ਅਸਲੀਅਤ ਦੁਨੀਆ ਦੇ ਸਾਹਮਣੇ ਰੱਖ ਦਿੱਤੀ। ਦੁਨੀਆ ਦੇ ਲੋਕੋ ਜਾਗੋ। ਕਬੀਰ ਜੀ ਕਹਿੰਦੇ ਮੈਂ ਇੱਕ ਨੂੰ ਮੰਨਦਾ, ਮੈਂ ਨਹੀਂ ਕਿਸੇ ਨੂੰ ਮੰਨਦਾ, ਕਰ ਲੋ ਜੋ ਕੁਝ ਕਰਨਾ ਹੈ। ਅਗਲਾ ਜਿਹੜਾ ਬਚਨਾ ਹੈ, ਹਮ ਮੰਦੇ ਮਨ ਮਾਹੀ, ਸਾਂਝ ਪਾਤ ਕਾਹੋਂ ਸਿਓ ਨਾਹੀ। ਬਾਬਾ ਕਬੀਰ ਜੀ ਕਹਿੰਦੇ ਜੇ ਤੁਸੀਂ ਕਹਿੰਦੇ ਹੋ ਕਬੀਰ ਭੈੜਾ, ਮੈਂ ਭੈੜਾ ਵੀ ਚੰਗਾ, ਮੰਦਾ ਮੈਂ ਕਿਸੇ ਨਾਲ, ਕਿਸੇ ਨੂੰ ਇਸ ਗੱਲ ਕੀ ਗੱਲ ਕਵਾਂ, ਮੈਂ ਕਿਸੇ ਨਾਲ ਇਸ ਕਰਕੇ ਕੋਈ ਮੇਲ ਮੁਲਾਕਾਤ ਨਹੀਂ ਰੱਖੀ ਹੋਈ, ਕਿਉਂਕਿ ਦੁਨੀਆ ਦੇ ਲੋਕ ਮੈਨੂੰ ਮੰਦਾ ਕਹਿੰਦੇ ਨੇ, ਮਾੜਾ ਕਹਿੰਦੇ ਨੇ, ਮੇਰੇ ਨਾਲ ਸਾਂਝ ਪਾਤ ਨਹੀਂ, ਕੋਈ ਗੱਲ ਸਾਂਝੀ ਨਹੀਂ ਕਰਦੇ। ਅੱਗੇ ਬਾਬਾ ਕਬੀਰ ਜੀ ਕਹਿੰਦੇ ਜੀ, ਪਤ अपत तां की नहीं लाज, तब जानोगे जब उगरै गोपाज। ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਹੈ, ਕੋਈ ਮੇਰੀ ਇੱਜ਼ਤ ਕਰਦਾ ਕਰੀ ਜਾਵੇ, ਨਹੀਂ ਕਰਦਾ ਨਾ ਕਰੇ। ਬਾਬੇ ਨਾਨਕ ਨੂੰ ਕਿਹੜਾ ਦੁਨੀਆ ਦੇ ਲੋਕਾਂ ਨੇ ਫੁੱਲ ਪਾਏ ਨੇ ਜੀ। ਕਿਸੇ ਨੇ ਇੱਜ਼ਤ ਕੀਤੀ ਵੀ ਹੈ, ਪਰ ਕਿਸੇ ਨੇ ਬੱਟੇ ਤੱਕ ਵੀ ਮਾਰੇ ਨੇ, ਭੂਤਨਾ ਬੇਤਾਲਾ ਵੀ ਕਿਹਾ। ਬਾਬਾ ਨਾਨਕ ਕਹਿੰਦਾ ਇਹਨਾਂ ਦੀ ਪਰਵਾਹ ਥੋੜਾ ਹੈ। ਜੋ ਏਮ ਆ, ਟੀਚਾ, ਮੈਂ ਉਹ ਤੇ ਚੱਲਿਆ ਹੋਇਆ, ਮੈਂ ਮਾਰਗ ਤੇ ਚੱਲਿਆ ਹੋਇਆ। ਮੇਰਾ ਜਿਹੜਾ ਸੁਨੇਹਾ ਹੈ, ਸੁਪਨਾ ਹੈ, ਸਾਕਾਰ ਹੋਣ ਲੱਗਿਆ। ਇੱਥੇ ਕਬੀਰ ਜੀ ਕਹਿ ਰਹੇ ਨੇ, ਪਤ अपत ਤਾਂ ਕੀ ਨਹੀਂ ਲਾਜ। ਕੋਈ ਮੇਰੀ ਇੱਜ਼ਤ ਕਰੇ ਭਾਵੇਂ ਨਾ ਕਰੇ। ਬਾਬਾ ਕਬੀਰ ਜੀ ਕਹਿੰਦੇ ਦੁਨੀਆ ਦੇ ਲੋਕੋ ਤੁਸੀਂ ਜਾਣੋਗੇ ਜ਼ਰੂਰ, ਜਦੋਂ ਪਾ ਜੁਗੜ ਗਿਆ ਨਾ, ਫਿਰ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਵਿਪਰ ਕਿਵੇਂ ਸਾਨੂੰ ਠੱਗਦਾ ਹੈ। ਇਹ ਧਾਰਮਿਕ ਪਹਿਰਾਵਿਆਂ ਅੰਦਰ ਲੋਕ ਕਿਵੇਂ ਸਾਨੂੰ ਠੱਗਦੇ ਨੇ। ਤਬ ਜਾਣੋਗੇ ਜਬ ਉਗਰੈ ਗੋਪਾਜ, ਕਹੋ ਕਬੀਰ ਪਤ ਹਰ ਪਰਵਾਨ, ਸਰਬ ਤਿਆਗ ਭਜ ਕੇਵਲ ਨਾਮ। ਅਖੀਰ ਦੇ ਵਿੱਚ ਬਾਬਾ ਕਬੀਰ ਜੀ ਕਹਿ ਰਹੇ ਨੇ ਜੀ, ਹੇ ਕਬੀਰ ਆਖ ਅਸਲ ਇੱਜ਼ਤ ਉਸੇ ਦੀ ਹੈ ਜਿਸ ਨੂੰ ਪ੍ਰਭੂ ਕਬੂਲ ਕਰ ਲਏ। ਤਾਂ ਤੇ ਹੇ ਕਬੀਰ ਹੋਰ ਸਭ ਕੁਝ ਭਾਵ ਦੁਨੀਆ ਦੀ ਲੋਕ ਲਾਜ ਦੀ ਪ੍ਰਵਾਹ ਛੱਡ ਦੇ, ਪਰਮਾਤਮਾ ਦਾ ਸਿਮਰਨ ਕਰਿਆ ਕਰ। ਲੋਕਾਂ ਵੱਲ ਨਾ ਵੇਖ ਵੀ ਲੋਕ ਕੀ ਕਹਿਣਗੇ। ਲੋਕ ਜਿਹੜੇ ਨੁਕਤਾ ਚੀਨੀ ਵਾਲੇ ਹੁੰਦੇ ਨੇ ਨਾ ਜੀ, ਤੁਸੀਂ ਭਾਵੇਂ ਕਿੰਨਾ ਮਰਜ਼ੀ ਚੰਗਾ ਕਰੀ ਜਾਓ, ਕਿੰਨਾ ਮਰਜ਼ੀ ਵਧੀਆ ਕਰੀ ਜਾਓ, ਜਿਹਨੇ ਕਮੀ ਕੱਢਣੀ ਹੈ ਉਹਨੇ ਕੱਢ ਜਾਣੀ ਹੈ। ਤੁਹਾਡੇ ਚੰਗੇ ਅੰਦਰ ਵੀ ਕਮੀ ਕੱਢ ਜਾਣੀ ਹੈ। ਕਬੀਰ ਜੀ ਕਹਿੰਦੇ ਪ੍ਰਵਾਹ ਨਾ ਕਰਿਆ ਕਰੋ, ਸੱਚ ਦੇ ਮਾਰਗ ਤੇ ਚੱਲਦੇ ਰਹੋ। ਅਗਲਾ ਇਹ ਸ਼ਬਦ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਜੀ, ਨਗਨ ਫਿਰਤ ਜੋ ਪਾਈਐ ਜੋਗ। ਇਹ 3 ਨੰਬਰ ਸ਼ਬਦ ਸੀ। ਆਓ ਗੁਰਮੁਖੋ, ਗੁਰੂ ਅਰਜਨ ਸਾਹਿਬ ਦਾ ਜਿਹੜਾ ਇਤਿਹਾਸ ਆਪਾਂ ਲੜੀਵਾਰ ਪੜ੍ਹਦੇ ਵਿਚਾਰਦੇ ਹਾਂ। ਸੰਖੇਪ ਅੰਦਰ ਆਪਾਂ ਰੋਜ਼ਾਨਾ